ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਕਾਲੇ ਕਾਰਨਾਮਿਆਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਦੇਣ ਜਾ ਰਹੇ ਨੇ ਭਗਵੰਤ ਮਾਨ ਨੂੰ। ਕਿਹੜੇ ਕਿਹੜੇ ਮੰਤਰੀ ਨੇ, ਕਿਹੜੇ ਕਿਹੜੇ ਡੂੰਘੇ ਜਾ ਸਕਦੇ ਆ, ਕਿਹੜੇ ਕਿਹੜੇ ਟੰਗੇ ਜਾ ਸਕਦੇ ਆ, ਇਸ ਤੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਮਾਮਲਾ ਕੀ ਹੈ ਪੂਰਾ, ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਜੰਮ ਕੇ ਕਲਾਸ ਲਾਈ ਹੈ। ਬਹੁਤ ਸਾਰੀਆਂ ਚੇਤਾਵਨੀਆਂ ਦਿੱਤੀਆਂ ਨੇ, ਪਰਿਵਾਰਕ ਮੈਂਬਰਾਂ ਨੂੰ ਵੀ ਦੂਰ ਰੱਖਣ ਦੀ ਗੱਲ ਕੀਤੀ ਹੈ ਕੰਮਕਾਜ ਤੋਂ। ਤਾਂ ਅਗਲੀ ਖਬਰ ਜਿਹੜੀ ਹੈ ਤੀਜੀ, ਉਹ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਭਗਵੰਤ ਮਾਨ ਹੁਣੀ ਫੈਸਲੇ ਤੇ ਫੈਸਲੇ ਜਿਹੜੇ ਆ ਉਹ ਲੈਂਦੇ ਜਾ ਰਹੇ ਸੀਗੇ। ਇੱਕ ਫੈਸਲਾ ਹੋਰ ਵੀ ਲਿਆ ਸੀ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਅੰਦਰ ਬੜੀ ਸਲੌਤ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਦੀ ਹੋਈ ਸੀ। ਹੁਣ ਉਹ ਫੈਸਲਾ ਗਵਰਨਰ ਨੇ ਵਾਪਸ ਕਰ ਦਿੱਤਾ। ਕਿਹੜਾ ਉਹ ਫੈਸਲਾ ਹੈ, ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋਊਗਾ, ਜ਼ਿਮਨੀ ਚੋਣ ਅੰਦਰ ਕਿੰਨਾ ਕੁ ਨੁਕਸਾਨ ਹੋਊਗਾ, ਉਸ ਤੇ ਜਿਹੜੀ ਆ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇਸੇ ਖਬਰ ਤੋਂ ਹੀ ਕਰਦੇ ਹਾਂ। ਆਪਾਂ ਕਈ ਦਿਨਾਂ ਤੋਂ ਇਹ ਗੱਲਾਂ ਕਰ ਰਹੇ ਸੀ ਕਿ ਠੀਕ ਹੈ ਕਿ ਭਗਵੰਤ ਸਿੰਘ ਮਾਨ ਹੋਣੀ ਜਿਹੜੇ ਆ, ਹਾਲਾਂਕਿ ਭਗਵੰਤ ਸਿੰਘ ਮਾਨ ਹੋਣਾ ਨੇ ਆਪਣੇ ਮੰਤਰੀ ਤੇ ਕਾਰਵਾਈ ਬਾਅਦ ਚ ਕੀਤੀ ਆ। ਆਪਾਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਨੂੰ ਜਿਹੜਾ ਭਗਵੰਤ ਸਿੰਘ ਮਾਨ ਨੂੰ ਫੜਨਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਕੋਸ ਕੇ ਭਗਵੰਤ ਸਿੰਘ ਮਾਨ ਹੋਣਾ ਨੇ ਸਰਕਾਰ ਬਣਾਈ ਹੈ ਤੇ ਪੰਜਾਬ ਨੂੰ ਨੋਚ ਕੇ ਖਾਣ ਵਾਲੇ ਲੀਡਰਾਂ ਨੂੰ ਫੜਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਵੀ ਜਾ ਕੇ ਕਹਿ ਕੇ ਆਏ ਕਿ ਤੁਸੀਂ ਹੁਣ ਜਿਹੜੇ ਪੁਰਾਣੇ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦਾ ਖੂਨ ਚੂਸਿਆ ਉਹਨਾਂ ਨੂੰ ਫੜੋ। ਉਸ ਤੋਂ ਬਾਅਦ ਰਾਜਾ ਵੜਿੰਗ ਦਾ ਬਿਆਨ ਆ ਜਾਂਦਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਹਾਲੇ ਵੀ ਲੀਡਰ ਜਿਹੜੇ ਆ ਚੋਰ ਮੌਜੂਦ ਨੇ। ਤਾਂ ਉਦੋਂ ਵੀ ਅਸੀਂ ਆਵਾਜ਼ ਚੁੱਕੀ ਕਿ ਭਗਵੰਤ ਮਾਨ ਜੀ ਹੁਣ ਹੀ ਰਾਜਾ ਵੜਿੰਗ ਦੇ ਬਿਆਨਾਂ ਤੇ ਜਿਹੜੀ ਆ ਉਹ ਕਾਰਵਾਈ ਕਰ ਦਿਓ। ਤਾਂ ਹੁਣ ਆਪਣਾ ਮੰਤਰੀ ਫੜ ਲਿਆ ਤਾਂ ਆਪਾਂ ਉਦੋਂ ਵੀ ਆਵਾਜ਼ ਚੁੱਕੀ ਕਿ ਭਗਵੰਤ ਮਾਨ ਜੀ ਠੀਕ ਹੈ, ਬਹੁਤ ਵਧੀਆ ਕਦਮ ਹੈ, ਤੁਸੀਂ ਆਪਣਾ ਮੰਤਰੀ ਚੁੱਕ ਲਿਆ, ਲੋਕਾਂ ਨੂੰ ਤੁਹਾਡੇ ਤੇ ਭਰੋਸਾ ਹੈ, ਤੇ ਹੁਣ ਪਿਛਲੇ ਵਾਲੇ ਵੀ ਠੋਕੋ ਜਿਨ੍ਹਾਂ ਨੇ ਪੰਜਾਬ ਦੇ ਸਿਰ 3.5 ਲੱਖ ਕਰੋੜ ਦਾ ਕਰਜ਼ਾ ਚਾੜਿਆ। ਸੁਖਜਿੰਦਰ ਰੰਧਾਵਾ ਨੇ ਡੂਮਣਾ ਛੇੜ ਲਿਆ। ਸੁਖਜਿੰਦਰ ਰੰਧਾਵਾ ਨੇ ਬਿਆਨ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਭਾਈ ਤੁਸੀਂ ਫਾਈਲਾਂ ਦੀ ਗੱਲ ਕਰਦੇ ਸੀ, ਹੁਣ ਦੱਸੋ ਫਾਈਲਾਂ। ਕੈਪਟਨ ਅਮਰਿੰਦਰ ਸਿੰਘ ਨੇ ਅੱਗੋਂ ਪਲਟਵਾਰ ਕੀਤਾ, ਕਹਿੰਦੇ ਜੇ ਸੀਐਮ ਮੰਗੂ ਫਾਈਲਾਂ ਤਾਂ ਮੇਰੇ ਕੋਲੇ ਤਿਆਰ ਪਈਆਂ ਨੇ। ਲੱਗਦਾ ਕਿ ਭਗਵੰਤ ਮਾਨ ਹੁਣ ਪਿਛਲੇ ਲੰਬੇ ਸਮੇਂ ਤੋਂ ਆਪਾਂ ਤਾਂ ਬੇਨਤੀਆਂ ਕਰ ਰਹੇ ਹਾਂ, ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਵੀ ਗੱਲਾਂ ਬਾਤਾਂ ਚੱਲਣੀਆਂ ਚਾਹੀਦੀਆਂ ਸੀ, ਪਰ ਹੁਣ ਤਾਂ ਕੈਪਟਨ ਨੇ ਕਹਿਤਾ ਕਿ ਜੇ ਲੋੜ ਹੈ ਤਾਂ ਮੇਰੇ ਤੋਂ ਫਾਈਲਾਂ ਲੈ ਲਵੇ ਭਗਵੰਤ ਮਾਨ, ਪਰ ਕਾਰਵਾਈ ਕਰੇ। ਕਿਵੇਂ ਦੇਖਦੇ ਹੋ ਇਸ ਪੂਰੀ ਖਬਰ ਨੂੰ? ਸ਼ਾਮਤ ਆਉਣ ਵਾਲੀ ਹੈ, ਭਗਵੰਤ ਮਾਨ ਕਦੋਂ ਫਾਈਲਾਂ ਲੈ ਸਕਦੇ ਆ ਤੇ ਕਦੋਂ ਤੱਕ ਜਿਹੜੀ ਸ਼ਾਮਤ ਆ ਸਕਦੀ ਹੈ ਤੇ ਕਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਕੂਨ ਜਿਹੜਾ ਮਿਲ ਸਕਦਾ ਕਿ ਹਾਂ ਵਾਕਈ ਪੰਜਾਬ ਨੂੰ ਜੋਕ ਦੀ ਤਰ੍ਹਾਂ ਚਿੰਬੜੇ ਲੀਡਰਾਂ ਨੂੰ ਜੇਲ੍ਹ 'ਚ ਤੱਕ ਦਿੱਤਾ। ਸੁਖਵਿੰਦਰ ਜੀ, ਇਸ ਤਰ੍ਹਾਂ ਹੈ ਕਿ ਫਾਈਲਾਂ ਲੈਣੀਆਂ ਜਾਂ ਦੇਣੀਆਂ ਇਹ ਕੇਵਲ ਮਹਿਜ ਇੱਕ ਸਿਆਸੀ ਬਿਆਨ ਨੇ। ਸਿਆਸੀ ਬਿਆਨ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵੇ ਨੇ ਕੱਲ ਵਾਰ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਆ ਉਹਨਾਂ ਨੇ ਫਾਈਲਾਂ ਤਿਆਰ ਕੀਤੀਆਂ ਤੇ ਉਹ ਫਾਈਲਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਦੇਣ, ਤਾਂ ਉਸ ਦਾ ਪਲਟਵਾਰ ਕਰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਜੇਕਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਮੇਰੇ ਕੋਲ ਫਾਈਲਾਂ ਮੰਗਣਗੇ ਤੇ ਮੈਂ ਫਾਈਲਾਂ ਦੇਣ ਨੂੰ ਤਿਆਰ ਹਾਂ। ਅਗਲੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਜੋ ਮੈਂ ਫਾਈਲਾਂ ਦੇਤੀਆਂ ਤੇ ਇਹਦੇ ਵਿੱਚ ਵੇਖੋ ਕਿਹੜੇ ਕਿਹੜੇ ਚਿਹਰੇ ਨੰਗੇ ਹੁੰਦੇ ਤੇ ਖਾਸ ਤੌਰ ਤੇ ਮਾਝਾ ਬਰਗੇਡ ਦਾ ਉਹਨਾਂ ਨੇ ਜਿਹੜਾ ਨਾਮ ਲਿਆ। ਸੋ ਇਹ ਜਿਹੜਾ ਬਿਆਨ ਆ ਨਾ, ਇਹਨਾਂ ਬਿਆਨਾਂ ਨੂੰ ਮੈਂ ਸਿਆਸੀ ਦਾਇਰੇ ਦੇ ਵਿੱਚ ਰੱਖ ਕੇ ਵੇਖਦਾ, ਕਿਉਂਕਿ ਕੱਲ ਹੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਸ ਕਾਰਵਾਈ ਨੂੰ ਜਿਹੜੀ ਆਪਣੇ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਮੰਤਰੀ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਆ, ਉਸ ਕਾਰਵਾਈ ਨੂੰ ਉਹਨਾਂ ਨੇ ਚੋਣਾਂ ਨਾਲ ਜੋੜ ਕੇ ਵੇਖ ਕੇ ਇੱਕ ਬਿਆਨ ਜਾਰੀ ਕੀਤਾ। ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਜਾ ਸਕਦਾ। ਸੋ ਕਹਿਣ ਦਾ ਅਰਥ ਇਹ ਆ ਕਿ ਇਹਨਾਂ ਬਿਆਨਾਂ ਦੇ ਉੱਤੇ ਜੋ ਕੁਝ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ, ਆਪਣੇ ਮੰਤਰੀ ਨੂੰ ਫੜ ਕੇ ਬਰਖਾਸਤ ਕੀਤਾ, ਉਹਦੇ ਉੱਤੇ ਪਰਚਾ ਵੀ ਦਰਜ ਕੀਤਾ, ਈਵਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸ਼ਲਾਘਾ ਕੀਤੀ ਹੈ। ਪਰ ਫਿਰ ਵੀ ਇਹਨਾਂ ਬਿਆਨ ਜਿਹੜੇ ਇੱਕ ਦੂਜੇ ਦੇ ਇਹ ਸਾਰੇ ਸਿਆਸੀ ਬਿਆਨ ਲੱਗਦੇ ਨੇ। ਨਾ ਤਾਂ ਭਗਵੰਤ ਮਾਨ ਨੇ ਫਾਈਲਾਂ ਮੰਗਣੀਆਂ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਫਾਈਲਾਂ ਦੇਣੀਆਂ। ਪਹਿਲੀ ਗੱਲ ਤੇ ਇੱਥੇ ਮੁੱਕਦੀ ਹੈ। ਪਰ ਹਾਂ, ਹੁਣ ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਹੁਣ ਇਹ ਹੈ ਕਿ ਭਗਵੰਤ ਮਾਨ ਨੇ ਕਾਰਵਾਈਆਂ ਜਿਹੜੀਆਂ ਨੇ
ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ, ਚਾਹੇ ਉਹ ਕਾਂਗਰਸ ਦੇ ਨੇ ਤੇ ਚਾਹੇ ਉਹ ਅਕਾਲੀ ਦਲ ਦੇ ਨੇ, ਉਹਨਾਂ ਦੇ ਉੱਤੇ ਕਾਰਵਾਈ ਤਾਂ ਉਸਨੇ ਕਰਨੀ ਆ। ਉਹਦੇ ਸੰਬੰਧੀ ਜਿਹੜੀ ਫਾਈਲਾਂ ਜਿਹੜੀਆਂ ਉਹ ਖੁੱਲ ਚੁੱਕੀਆਂ ਨੇ। ਤੇ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਿੰਚਾਈ ਵਿਭਾਗ ਦੇ ਵਿੱਚ ਬਹੁਤ ਕਰੋੜੀ ਜਿਹੜਾ ਘਪਲਾ ਹੋਇਆ। ਕਹਿੰਦੇ ਨੇ ਕਿ ਉਸ ਜਿਹੜਾ ਸਿੰਚਾਈ ਵਿਭਾਗ ਦਾ ਉਹ ਜਿਹੜਾ ਘਪਲਾ ਆ, ਉਹਦੇ ਸੰਬੰਧੀ ਫਾਈਲਾਂ ਜਿਹੜੀਆਂ ਖੁੱਲ ਗਈਆਂ ਨੇ ਔਰ ਵਿਜੀਲੈਂਸ ਜਿਹੜੀ ਆ ਉਹਦੀ ਜਿਹੜੀ ਆ ਜਾਂਚ ਜਿਹੜੀ ਬੜੀ ਬਰੀਕੀ ਨਾਲ ਕਰ ਰਹੀ ਆ। ਇਹ ਪੱਕਾ ਆ ਕਿ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਬੀਤੇ ਦੌਰ ਵਿੱਚ ਹੋਈਆਂ ਜਿੰਨੀਆਂ ਵੀ ਧਾਂਦਲੀਆਂ ਨੇ, ਘਪਲੇ ਨੇ, ਉਹਦੇ ਵਿੱਚ ਜਿਹੜਾ ਕੋਈ ਮਰਜ਼ੀ ਮੰਤਰੀ ਸਾਬਕਾ ਆ, ਜਿਹੜਾ ਕੋਈ ਮਰਜ਼ੀ ਸਾਬਕਾ ਵਿਧਾਇਕ ਆ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਾਂਚ ਕਰਨੀ ਆ। ਤੇ ਜਾਂਚ ਕਰਕੇ ਉਹਨਾਂ ਦਾ ਯਤਨ ਇਹ ਰਹੇਗਾ ਕਿ ਅਸੀਂ ਫੜ ਕੇ ਬੰਦੇ ਅੰਦਰ ਦਈਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜਿਹੜੇ ਮੰਤਰੀ ਕਰੀਬ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਸੀ, ਚਾਹੇ ਉਹ ਸੁਖਵਿੰਦਰ ਸੁਖ ਸਰਕਾਰੀਆ ਸੀ, ਚਾਹੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੀ, ਸਭ ਤੋਂ ਵੱਧ ਸ਼ੱਕ ਜਿਹੜੀ ਇਹਨਾਂ ਮੰਤਰੀਆਂ ਤੇ ਕੀਤੀ ਜਾਂਦੀ ਰਹੀ ਹੈ। ਹਾਲਾਂਕਿ ਆਸ਼ੂ ਦਾ ਤਾਂ ਵਰਲਡ ਰਿਕਾਰਡ ਹੀ ਹੈ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਦਾ ਉਹਨਾਂ ਦੇ ਉੱਪਰ। ਤਾਂ ਜਿਹੜੇ ਨੇੜਲੇ ਬੰਦੇ ਸੀਗੇ ਉਹ ਇਹ 3-4 ਜਿਹੜੇ ਸੀਗੇ, ਤੇ ਔਰ ਇਹਨਾਂ ਤੇ ਵੱਧ ਤੋਂ ਵੱਧ ਸ਼ੱਕ ਜਿਹੜੀ ਕੀਤੀ ਜਾ ਰਹੀ ਸੀ। ਪਰ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਚੈਲੰਜ ਹੀ ਕਰੀ ਜਾ ਰਹੇ ਆ। ਕਿਵੇਂ ਦੇਖਦੇ ਹੋ ਕਿ ਵਾਕਈ ਸੁਖਜਿੰਦਰ ਸਿੰਘ ਰੰਧਾਵਾ ਪਾਕ ਸਾਫ਼ ਹੈ, ਜਾਂ ਫਿਰ ਸਿਰਫ ਇੱਕ ਬਿਆਨਬਾਜ਼ੀ ਕਰਕੇ ਜਿਹੜੇ ਹੈ ਉਹ ਇੱਕ ਆਪਣੇ ਆਪ ਨੂੰ ਸੱਚਾ ਦਰਸਾਉਣ ਦੀ ਕੋਸ਼ਿਸ਼ ਸੀ? ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਕੋਲੇ ਕੁਛ ਨਹੀਂ, ਜਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਮੈਂ ਤਾਂ ਕੁਛ ਇਹੋ ਜਿਹਾ ਕੀਤਾ ਹੀ ਨਹੀਂ, ਜਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਮੇਰੇ ਕੀਤਿਆਂ ਦਾ ਤਾਂ ਪਤਾ ਲੱਗਣਾ ਹੀ ਨਹੀਂ। ਕੀ ਲੱਗਦਾ ਪੂਰੇ ਮਾਮਲੇ ਦੇ ਵਿੱਚ? ਹੈਰਾਨੀ ਹੈ, ਜਿਹੜੇ ਮੰਤਰੀਆਂ ਤੇ ਸ਼ੱਕ ਸੀ ਉਹੀ ਮੰਤਰੀ ਹੁਣ ਫਾਈਲਾਂ ਕੱਢਣ ਦੀ ਜਿਹੜੀ ਧਮਕੀ ਦੇ ਰਹੇ ਨੇ। ਕਿਵੇਂ ਦੇਖ ਰਹੇ ਹੋ? ਮਾਫ ਕਰਨਾ, ਚੇਤਾਵਨੀ, ਚੈਲੰਜ ਕਰ ਰਹੇ ਨੇ ਕਿ ਕੱਢੋ ਫਾਈਲਾਂ। ਸੁਖਵਿੰਦਰ ਜੀ, ਰਾਜਨੀਤੀ ਦੇ ਵਿੱਚ ਕੱਲ ਹੀ ਤੁਸੀਂ ਇੰਨੀ ਗੱਲ ਕਹੀ ਸੀ ਕਿ ਕੋਈ ਪਾਕ ਸਾਫ਼ ਦਾਮਨ ਨਹੀਂ ਹੁੰਦਾ, ਚਾਹੇ ਉਹ ਵੱਡੇ ਪੱਧਰ ਤੇ ਚਾਹੇ ਉਹ ਛੋਟੇ ਪੱਧਰ ਤੇ। ਕਿਤੇ ਨਾ ਕਿਤੇ ਹੇਰਾਫੇਰੀ ਜ਼ਰੂਰ ਉਹਨੇ ਕੀਤੀ ਹੁੰਦੀ ਰਾਜਨੀਤੀ 'ਚ। ਇਹ ਤਾਂ ਇੱਕ ਪੱਕੀ ਗੱਲ ਹੈ ਕਿ ਜਿਹੜਾ ਰਾਜਨੀਤੀ 'ਚ ਕੋਈ ਮੰਤਰੀ ਰਿਹਾ ਤੇ ਜਿਹੜੀਆਂ ਚੱਲਦੀਆਂ ਰਹੀਆਂ। ਹੁਣ ਦੂਸਰੇ ਪਾਸੇ ਤੁਸੀਂ ਕਹਿ ਰਹੇ ਜੀ ਕਿ ਸਭ ਤੋਂ ਜ਼ਿਆਦਾ ਰੌਲਾ ਸੁਖਜਿੰਦਰ ਸਿੰਘ ਰੰਧਾਵਾ ਪਾ ਰਿਹਾ ਕਿ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਉਹ ਕਿ ਹਾਂ ਵੀ ਕੱਢੋ ਫਾਈਲਾਂ, ਜੇ ਕੱਢੋ ਫਾਈਲਾਂ ਤੇ ਬਾਕੀ ਸਾਰਾ ਸੱਚ ਦਾ ਸੱਚ ਸਾਹਮਣੇ ਆਵੇ। ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਦਾ ਠੋਕਵਾਂ ਜਵਾਬ ਜਿਹੜਾ ਉਹ ਦੇ ਦਿੱਤਾ। ਦੇਖੋ, ਇੱਕ ਗੱਲ ਤਾਂ ਹੈਗੀ ਆ ਕਿ ਮਾਝਾ ਬ੍ਰਿਗੇਡ ਦਾ ਤੁਸੀਂ ਇੱਕ ਨਾਮ ਛੱਡ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੰਬਰ 2 ਦੇ ਉਹਨਾਂ ਸਮੇਂ 'ਚ ਮੁੱਖ ਮੰਤਰੀ ਰਹੇ ਨੇ। ਤੇ ਉਹਨਾਂ ਦੇ ਉੱਤੇ ਕਥਿਤ ਤੌਰ ਤੇ ਆਪਣੇ ਸੁਖਵਿੰਦਰ ਜੀ ਪਠਾਨਕੋਟ ਦੇ ਏਰੀਏ ਦੇ ਵਿੱਚ ਮਾਈਨਿੰਗ ਦੇ ਕੁਝ ਮੁੱਦਿਆਂ ਤੇ ਉਹਨਾਂ ਦਾ ਨਾਮ ਜਿਹੜਾ ਉਹ ਲੱਗਦਾ ਰਿਹਾ। ਹੁਣ ਉਹਦੇ 'ਚ ਤਾਂ ਹੀ ਉਹਨਾਂ ਨੇ ਮਾਝਾ ਬ੍ਰਿਗੇਡ ਦੀ ਗੱਲ ਕੀਤੀ ਆ। ਸੁਖ ਸਰਕਾਰੀਆ ਦਾ ਵੀ ਕੁਝ ਨਾਮ ਜਿਹੜੇ ਨੇ ਅਜਨਾਲਾ ਖੇਤਰ ਦੇ ਵਿੱਚ ਜਿਹੜੇ ਮਾਈਨਿੰਗ ਨਾਲ ਸੰਬੰਧਿਤ ਉੱਥੇ ਜੁੜਦੇ ਆ। ਤੇ ਜੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਹੁਣ ਇਸ ਮੁੱਦੇ ਤੇ ਰੌਲਾ ਪਾ ਰਹੇ ਨੇ ਜਾਂ ਕਹਿ ਰਿਹਾ ਕਿ ਹਾਂ ਵੀ ਮੈਂ ਕੁਝ ਨਹੀਂ ਕੀਤਾ, ਸਾਰੇ ਦੇ ਨਾਮ ਹੋਣੇ ਚਾਹੀਦੇ ਆ, ਤਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਨਾਮ ਦਿੱਤੇ ਤਾਂ ਉਹਦੀ ਰੂਪਰੇਖਾ ਆਪਣੇ ਸੁਖਵਿੰਦਰ ਜੀ ਹੋਰ ਹੋਵੇਗੀ, ਕਿਉਂਕਿ ਲੋਕਾਂ ਨੇ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਖਾਸਮ ਖਾਸ ਤੌਰ ਤੇ ਟਾਰਗੇਟ ਕਰਨ ਵਾਸਤੇ ਇਹ ਨਾਮ, ਇਹ ਫਾਈਲਾਂ ਦਿੱਤੀਆਂ। ਤੇ ਭਗਵੰਤ ਮਾਨ ਕਦੇ ਨਹੀਂ ਇਹ ਚਾਹੇਗਾ ਕਿ ਉਸਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਉਹਨਾਂ ਨੇ ਕੈਪਟਨ ਅਮਰਿੰਦਰ ਦੇ ਸਿਆਸੀ ਵਿਰੋਧੀਆਂ ਨੂੰ ਥੱਲੇ ਕਰਕੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਿਆਸੀ ਲਾਭ ਪਹੁੰਚਾਇਆ ਹੈ। ਇਹ ਗੱਲ ਇੱਥੋਂ ਤੱਕ ਹੈ। ਬਾਕੀ ਹਾਂ, ਭਗਵੰਤ ਮਾਨ ਦੇ ਰਡਾਰ ਤੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਆ, ਸਾਧੂ ਸਿੰਘ ਧਰਮਸੋਤ ਵੀ ਆ, ਬਲਬੀਰ ਸਿੰਘ ਸਿੱਧੂ ਵੀ ਆ। ਸੋ ਉਹੀ ਮੰਤਰੀ ਜਿਹੜੇ ਬੀਤੇ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਖੱਬੇ ਦਿਖਾਈ ਦਿੰਦੇ ਰਹੇ ਔਰ ਬਹੁਤ ਕੁਝ ਉਹਨਾਂ ਨੇ ਛਕਿਆ ਛਕਾਇਆ। ਸ਼ਾਇਦ ਆਪਾਂ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਗੱਲ ਨਹੀਂ ਕਰ ਸਕਦੇ। ਪੰਜਾਬ ਦੇ ਇੱਕ ਕੈਬਨਿਟ ਮੰਤਰੀ, ਸਾਬਕਾ ਕੈਬਨਿਟ ਮੰਤਰੀ ਜਿਹੜੇ ਹੋ ਚੁੱਕੇ ਨੇ ਤੇ ਮੌਜੂਦਾ ਵਿਧਾਇਕ ਵੀ ਨੇ, ਕਹਿ ਸਕਦੇ ਆ ਕਿ ਕਿਸੇ ਤਰੀਕੇ ਦੇ ਨਾਲ ਸ਼ਾਮਤ ਜਿਹੜੀ ਆ ਸਕਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਬੜੀ ਹੈ। ਤੇ ਜੇ ਉਸ ਉਮੀਦ ਤੇ ਖਰੇ ਨਾ ਉਤਰੇ ਭਗਵੰਤ ਮਾਨ ਤਾਂ ਖਮਿਆਜਾ ਤਾਂ ਭੁਗਤਣਾ ਪਊਗਾ। ਪਰ ਜੇ ਗੱਲ ਇਹ ਆ ਵੀ ਆਪਣੇ ਮੰਤਰੀ ਨੂੰ ਠੋਕ ਸਕਦੇ ਆ ਤਾਂ ਇਹਨਾਂ ਵਾਲਿਆਂ ਨੂੰ ਵੀ ਠੋਕਣਾ ਚਾਹੀਦਾ ਹੈ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਜੋਕ ਮੰਗ ਲੱਗੇ ਰਹੇ ਤੇ 3.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਚਾੜ ਦਿੱਤਾ। ਬੱਚਾ ਜੰਮਦਾ ਬਾਅਦ ਚ ਹੈ ਤੇ ਫਿਰ ਉਹਦੇ ਸਿਰ ਦੇ ਉੱਪਰ ਜੰਮਦੇ ਦੇ 1 ਲੱਖ ਦਾ ਜਿਹੜਾ ਕਰਜ਼ਾ ਚੜ ਜਾਂਦਾ ਹੈ, ਯਾਨੀ ਪਰ ਹੈਡ ਪੰਜਾਬ ਦੇ ਉੱਪਰ 1 ਲੱਖ ਦਾ ਕਰਜ਼ਾ। ਪਰ ਮੈਨੂੰ ਲੱਗਦਾ ਦਿਨੋਂ ਦਿਨ ਵੱਧਦਾ ਜਾ ਰਿਹਾ, 1 ਲੱਖ ਤੋਂ ਵੀ ਜ਼ਿਆਦਾ ਰਕਮ ਜਿਹੜੀ ਆ ਪਰ ਹੈਡ ਵੱਧ ਜਾਣੀ ਹੈ। ਤਾਂ ਲੱਗਦਾ ਕਿ ਆਖਰੀ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਜਾਣਨਾ ਚਾਹੂੰਗਾ, ਉਮੀਦ ਕੀਤੀ ਜਾਵੇ ਕਿ ਠੋਕੇ ਜਾਣਗੇ
ਪੰਜਾਬ ਨੂੰ ਨੋਚ-ਨੋਚ ਖਾਣ ਵਾਲੇ ਲੀਡਰ ਹੋਣ? ਬਿਲਕੁਲ ਜੀ, ਇਹਦੇ ਚ ਤਾਂ ਕੋਈ ਦੋ ਰਹਿ ਹੀ ਨਹੀਂ ਚਾਹੀਦੀਆਂ ਸੁਖਵਿੰਦਰ ਜੀ, ਕਿਉਂਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹ ਆਈ ਇਸੇ ਮੁੱਦੇ ਤੇ ਆ ਕਿ ਅਸੀਂ ਭ੍ਰਿਸ਼ਟਾਚਾਰ ਨੂੰ, ਬੀਤੇ ਦੌਰ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੋਇਆ ਉਹਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਉਣਾ ਤੇ ਅੱਗੇ ਭਵਿੱਖ ਦੇ ਵਿੱਚ ਨੱਥ ਪਾਉਣੀ ਆ। ਤਾਂ ਇਹ ਸਾਫ਼ ਆ ਕਿ ਇਸੇ ਹੀ ਕਰਕੇ ਕੱਲ ਦੀ ਕਾਰਵਾਈ ਤੋਂ ਬਾਅਦ, ਚਾਹੇ ਉਹ ਕਾਂਗਰਸ ਦੇ ਮੰਤਰੀ ਹੋਣ, ਚਾਹੇ ਉਹ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਾਂ ਮੰਤਰੀ ਹੋਣ, ਸਾਰਿਆਂ ਦੇ ਅੰਦਰ ਇੱਕ ਡਰ, ਇੱਕ ਸਹਿਮ ਜਿਹੜਾ ਉਹ ਪਿਆ ਹੋਇਆ ਜੀ। ਤੇ ਸ਼ਾਇਦ ਇਹ ਸਰਕਾਰ ਦੀ ਇੱਕ ਪਹਿਲੀ ਪ੍ਰਾਪਤੀ ਇਹ ਕਹੀ ਜਾ ਸਕਦੀ ਆ। ਬੰਦਾ ਉਹਨਾਂ ਨੇ ਆਪਣਾ ਫੜਿਆ, ਫਿਕਰ ਜਿਹੜਾ ਉਹ ਦੂਜੇ ਨੇਤਾਵਾਂ ਨੂੰ ਪੈ ਗਿਆ। ਇਹ ਗੱਲ ਤਾਂ ਯਕੀਨਨ ਤੌਰ ਤੇ ਤੈਅ ਆ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅੱਗੇ ਵੀ ਮੈਂ ਗੱਲ ਕੀਤੀ ਹੈ ਕਿ 13 ਅਪ੍ਰੈਲ ਦੀ ਪ੍ਰੈਸ ਕਾਨਫਰੰਸ ਦੀ ਗੱਲ, ਕਿ ਜਿਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਸੀ ਭਗਵੰਤ ਮਾਨ ਨੇ ਕਿ ਦੇਖਿਓ ਪੰਜਾਬ ਦੇ ਕੁਝ ਸਾਬਕਾ ਮੰਤਰੀ VIP ਸਹੂਲਤਾਂ ਲੈਣ ਵਾਸਤੇ ਜੇਲ੍ਹ ਦੇ ਵਿੱਚ ਅਰਜ਼ੀ ਦਿੰਦੇ ਤੁਹਾਨੂੰ ਦਿਖਾਈ ਦੇਣਗੇ। ਤਾਂ ਸਾਫ਼ ਉਹਨਾਂ ਦਾ ਇਸ਼ਾਰਾ ਉਹਨਾਂ ਦਿਨਾਂ 'ਚ ਸਾਧੂ ਸਿੰਘ ਧਰਮਸੋਤ ਵੱਲ ਸੀ। ਸੋ ਆਉਂਦਿਆਂ ਕੁਝ ਦਿਨਾਂ 'ਚ ਤੁਸੀਂ ਦੇਖਿਓ ਕਿ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਪਿੱਲਰ ਨੇ ਉਹ ਡਿੱਗੇ ਜਾਣਗੇ, ਕਿਉਂਕਿ ਕੱਲ ਦੀ ਪ੍ਰਤਾਪ ਸਿੰਘ ਬਾਜਵਾ ਦੀ ਉਹ ਵੀ ਸਪੀਚ ਜਿਹੜੀ ਆ ਉਹ ਵੀ ਧਿਆਨ ਵਿੱਚ ਰੱਖੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਰੇ ਐਪੀਸੋਡ ਨੂੰ ਇੱਕ ਸਿਆਸੀ ਲਾਹਾ ਲੈਂਦਿਆਂ ਹੋਇਆ ਭਗਵੰਤ ਮਾਨ ਸਰਕਾਰ ਦੀ ਜਿਹੜੀ ਆਲੋਚਨਾ ਕੀਤੀ ਹੈ। ਸੋ ਭਗਵੰਤ ਮਾਨ ਹੁਣ ਕਾਂਗਰਸ ਦੇ ਵਿੱਚੋਂ ਜ਼ਰੂਰ ਬੰਦੇ ਕੱਢ ਕੇ ਠੋਕੇਗਾ ਜ਼ਰੂਰ, ਭਾਵੇਂ ਅਕਾਲੀ ਦਲ ਦੇ ਹੋਵੇ ਤਾਂ ਭਾਵੇਂ ਉਹ ਕਾਂਗਰਸ ਦੇ ਹੋਣ ਜੀ। ਬਿਲਕੁਲ ਬਿਲਕੁਲ। ਤਾਂ ਅਗਲੀ ਖਬਰ ਦੀ ਗੱਲਬਾਤ ਅਣਖੀ ਸਾਹਿਬ ਆਪਾਂ ਕਰ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕੁਝ ਲੀਡਰਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਫਸਾਇਆ, ਚਾਹੇ ਉਹ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਪਵਨ ਬਾਂਸਲ ਹੋਣ, ਉਹਨਾਂ ਦੇ ਵੀ ਇੱਕ ਰਿਸ਼ਤੇਦਾਰ ਉਹਨਾਂ ਦੇ ਨਾਲ ਲੱਗੇ ਹੋਏ ਸੀ, ਉਹਨਾਂ ਦੇ ਕਰਕੇ ਉਹ ਫਸ ਗਏ। ਮਤਲਬ ਉਹਨਾਂ ਦੇ ਕਰਕੇ ਨਹੀਂ ਕਹਿ ਸਕਦੇ, ਰਲੀ ਮਿਲੀ ਭੁਗਤ ਦੇ ਨਾਲ ਫਸ ਗਏ। ਫਿਰ ਚਰਨਜੀਤ ਸਿੰਘ ਚੰਨੀ ਦਾ ਆਪਾਂ ਮਾਮਲਾ ਸਾਰੇ ਜਾਣਦੇ ਹੀ ਹਾਂ। ਹੁਣ ਇਹਦੇ ਵਿੱਚ ਵੀ ਭਾਣਜੇ ਨਿਕਲੇ ਨੇ, ਜਿਹੜੇ ਸਿੰਗਲੇ ਵਾਲੇ ਮਾਮਲੇ ਦੇ ਵਿੱਚ ਵੀ। ਤਾਂ ਹੁਣ ਕਹਿੰਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਸੱਦ ਕੇ ਸਿੱਧੇ ਤੌਰ ਤੇ ਚੇਤਾਵਨੀ ਭਗਵੰਤ ਮਾਨ ਨੇ ਦੇ ਦਿੱਤੀ ਹੈ ਕਿ ਭਾਈ ਇੱਕ ਤਾਂ ਤੁਸੀਂ ਸੁਧਰ ਜਾਓ ਜੇ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵਾਧੂ ਦਾ ਦਖਲ ਦਿੰਦੇ ਫਿਰਦੇ ਆ ਨਾ ਕੰਮਕਾਜ ਦੇ ਵਿੱਚ, ਉਹਨਾਂ ਨੂੰ ਬੰਦੇ ਦੇ ਪੁੱਤ ਬਣ ਕੇ ਘਰੇ ਬਿਠਾ ਲਓ। ਇਹ ਜਿਹੜੀ ਕਲਾਸ ਲਈ ਆ, ਕਿੰਨਾ ਕੁ ਫਰਕ ਹੈ, ਕੀ ਲੋੜ ਸੀ, ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼? ਸੁਖਵਿੰਦਰ ਜੀ, ਅਸਲ 'ਚ ਸਥਿਤੀ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਬਣੇ ਤਾਂ ਕੁਦਰਤੀ ਤੌਰ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਜਿਹੜਾ ਪਰਛਾਵਾਂ ਸੀ ਉਹ ਇਹਨਾਂ ਪਾਰਟੀਆਂ ਤੇ, ਇਸ ਪਾਰਟੀ ਤੇ ਵੀ ਪੈਣਾ ਸੀ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਵੀ ਵਿਧਾਇਕ ਹੋਏ। ਕਿਉਂਕਿ ਬੀਤੇ ਦੌਰ ਵਿੱਚ ਜਿੰਨੇ ਵੀ ਮੰਤਰੀ ਹੁੰਦੇ ਨੇ ਜਾਂ ਵਿਧਾਇਕ ਰਹਿੰਦੇ ਨੇ, ਜਿਸ ਤਰੀਕੇ ਨਾਲ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਉਹਨਾਂ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਆਪਣੇ OST ਤੇ PA ਲਾਇਆ ਹੁੰਦਾ, ਕਿਉਂਕਿ ਉਹਨਾਂ ਤੋਂ ਵੱਧ ਕੋਈ ਬੰਦਾ ਉਹਨਾਂ ਦਾ ਵਿਸ਼ਵਾਸ ਪਾਤਰ ਹੋ ਨਹੀਂ ਸਕਦਾ ਜਿਹਦੇ ਰਾਹੀਂ ਉਹ ਲੈ ਦੇਣ ਕਰ ਸਕਣ ਤੇ ਆਪਣਾ ਕੰਮ ਜਿਹੜਾ ਚਲਾ ਸਕਣ। ਬੀਤੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਰਿਹਾ ਤੇ ਹੁਣ ਵੀ ਵਿਜੇ ਸਿੰਗਲਾ ਦੇ ਦੋ ਜਿਹੜੇ ਭਾਂਜੇ ਨੇ, ਇੱਕ ਵੱਡੀ ਭੈਣ ਦਾ ਬੇਟਾ ਤੇ ਇੱਕ ਛੋਟੀ ਭੈਣ ਦਾ ਬੇਟਾ, ਉਹੀ ਉਹਨੇ OST ਲਾਈ ਸੀ ਤੇ ਜਿਨ੍ਹਾਂ ਦੇ ਰਾਹੀਂ ਉਹ ਮਾਲ-ਮਤਾ ਜਿਹੜਾ ਇਕੱਤਰ ਕਰਦਾ ਸੀ। ਹੁਣ ਇਹ ਚੀਜ਼ ਨੂੰ ਸਾਨੂੰ ਰੱਖਦੇ ਆ, ਕੱਲ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਦੀ ਤੇ ਮੰਤਰੀਆਂ ਦੀ ਇਹ ਕਲਾਸ ਲਾ ਕੇ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਕਿ ਤੁਹਾਡੇ ਕੰਮਕਾਜ ਦੇ ਵਿੱਚ ਕਿਸੇ ਵੀ ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਦਾ ਕੋਈ ਜ਼ਿੰਮੇਵਾਰੀ, ਕੋਈ ਯੋਗਦਾਨ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਹ ਕਿਸੇ PA ਦੀ ਜਾਂ OSP ਪੋਸਟ ਦੇ ਉੱਤੇ ਤੈਨਾਤ ਹੋਣਾ ਚਾਹੀਦਾ। ਜੇਕਰ ਹੈਗਾ ਤਾਂ ਉਹਨੂੰ ਆਪਣੇ ਸਰਕਾਰੀ ਕੰਮਾਂ ਕਾਜਾਂ ਤੋਂ ਬਿਲਕੁਲ ਤੁਸੀਂ ਦੂਰ ਕਰ ਦਿਓ, ਕਿਉਂਕਿ ਇਹਦੇ ਨਾਲ ਪ੍ਰਭਾਵ ਇਹ ਜਾ ਰਿਹਾ ਕਿ ਇਹਨਾਂ ਦੇ ਚੋਰ ਮੋਹਰੀਆਂ ਦੇ ਰਾਹੀਂ ਤੁਹਾਡੇ ਆਸ਼ੀਰਵਾਦ ਨਾਲ ਇਹ ਪੰਜਾਬ ਦੇ ਵਿੱਚ ਜਿਹੜੀ ਕਰਪਸ਼ਨ ਜਾਂ ਭ੍ਰਿਸ਼ਟਾਚਾਰ ਆ ਉਹਨੂੰ ਇੱਕ ਨਵੀਂ ਲਹਿਰ ਦੇ ਰਹੇ ਨੇ, ਤੇਜ਼ੀ ਦੇ ਰਹੇ ਨੇ। ਉਹਨਾਂ ਨੇ ਵਿਧਾਇਕਾਂ ਨੂੰ ਕਿਹਾ ਤੇ ਨਾਲ ਹੀ ਨਾਲ ਉਹਨਾਂ ਨੇ ਵਿਧਾਇਕਾਂ ਨੂੰ ਇਹ ਵੀ ਗੱਲ ਕਹੀ ਆ ਕਿ ਤੁਹਾਡੇ ਫੋਨਾਂ ਦੇ ਉੱਤੇ ਕਿਸੇ ਦੀਆਂ ਬਦਲੀਆਂ ਨਹੀਂ ਹੋਣਗੀਆਂ, ਬਦਲੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਨਾ ਹੀ ਤੁਸੀਂ ਕਿਸੇ ਦੇ ਪ੍ਰੈਸ਼ਰ ਕਰਕੇ ਕਿਸੇ ਅਧਿਕਾਰੀ ਨੂੰ ਬਦਲਣਾ ਹੈ ਜਾਂ ਨਹੀਂ ਬਦਲਣਾ। ਹੁਣ ਉਹਦੇ ਵਿੱਚ ਇੱਕ ਖਾਸ ਤੌਰ ਤੇ ਬਦਲੀ ਜਿਹੜੀ ਕੱਲ ਕੈਂਸਲ ਉਹਨਾਂ ਨੇ ਕਰਾਈ ਆ ਕਿ ਬਿਜਲੀ ਵਿਭਾਗ ਦਾ ਇੱਕ JE ਜਿਹੜਾ ਉਹ ਬਦਲ ਦਿੱਤਾ ਗਿਆ ਸੀ, ਤਾਂ ਪਠਾਨਕੋਟ ਤੋਂ ਉਹਨੂੰ ਮਾਫ ਕਰਨਾ, ਪਠਾਨਕੋਟ ਉਸ ਨੂੰ ਬਦਲਿਆ ਗਿਆ ਬੀਤੇ ਦੌਰ ਵਿੱਚ ਜਦੋਂ ਕੁੰਡੀ ਕਨੈਕਸ਼ਨ ਜਿਹੜਾ ਮੁਹਿੰਮ ਜਿਹੜੀ ਭਗਵੰਤ ਮਾਨ ਨੇ ਸ਼ੁਰੂ ਕੀਤੀ ਤਾਂ ਉਸ ਸਬੰਧ ਵਿੱਚ ਇੱਕ ਵਿਧਾਇਕ ਨੇ ਉਹਦੀ ਬਦਲੀ ਜਿਹੜੀ ਸੀ JE ਦੀ ਪਠਾਨਕੋਟ ਕਰਾ ਦਿੱਤੀ। ਪਰ ਕੱਲ ਦੀ ਕਾਰਵਾਈ ਜਦੋਂ ਹੋਇਆ ਤਾਂ ਉਸ ਵਿਧਾਇਕ ਦੇ ਮਾਫ ਕਰਨਾ ਉਸ ਬਿਜਲੀ ਬੋਰਡ ਦੇ JE ਦੀ ਬਦਲੀ ਜਿਹੜੀ ਹੈ ਕੈਂਸਲ ਹੋ ਕੇ ਦੁਬਾਰਾ ਉਸੇ ਸਟੇਸ਼ਨ ਤੇ ਲਾ ਦਿੱਤੀ ਗਈ ਹੈ ਔਰ ਕਾਫੀ ਵੱਡੇ ਪੱਧਰ ਤੇ ਅਫਸਰਾਂ ਨੂੰ ਔਰ ਵਿਧਾਇਕਾਂ ਨੂੰ ਇਹ ਸੰਦੇਸ਼ ਦੇ ਦਿੱਤਾ ਗਿਆ ਕਿ ਕਿਸੇ ਦੀ ਵੀ ਮਨਮਰਜ਼ੀ ਜਾਂ ਕਿਸੇ ਦੇ ਵਿਧਾਇਕ ਨੂੰ ਖੁਸ਼ ਕਰਨ ਬਦਲੇ ਉਹਨਾਂ ਦੇ ਹੁਕਮਾਂ ਦੇ ਤਹਿਤ ਕੋਈ ਵੀ ਬਦਲੀ ਜਾਂ ਕੋਈ ਵੀ ਕੰਮ ਜਿਹੜਾ ਉਹ ਨਹੀਂ ਕੀਤਾ ਜਾਏਗਾ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਵਿਧਾਇਕਾਂ ਦੇ ਕੋਈ ਭਤੀਜੇ ਭਾਣਜੇ ਇੰਨੀ ਗੱਲ ਕਹਿ ਦਿੰਦੇ ਆ ਕਿ ਇਹਨਾਂ ਨੂੰ ਵਿਧਾਇਕ ਸਾਹਿਬ ਦਾ ਹੁਕਮ ਮੰਨਿਆ ਜਾਵੇ, ਇਸ ਨੂੰ ਮੰਤਰੀ ਸਾਹਿਬ ਦੀ ਇੱਛਾ ਕਹੀ ਜਾਵੇ, ਇਸ ਤਰੀਕੇ ਨਾਲ ਉਹ ਜਿਹੜੇ ਕੰਮ ਕਰਾਉਂਦੇ ਨੇ
ਭਗਵੰਤ ਮਾਨ ਨੇ ਉਹਨਾਂ ਦੇ ਉੱਤੇ ਸਾਫ਼ ਤੌਰ ਤੇ ਜਿਹੜੀ ਫੂਕ ਲਗਾਈ ਹੈ ਤੇ ਆਪਣੇ ਬੰਦਿਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਨੇ ਕਿ ਕੋਈ ਵੀ ਤੁਹਾਡਾ ਭਾਂਜਾ ਨਜ਼ਦੀਕੀ ਰਿਸ਼ਤੇਦਾਰ ਇਹਨਾਂ ਤੁਹਾਡੀਆਂ ਡਿਊਟੀਆਂ ਦੇ ਦਰਮਿਆਨ ਤੁਹਾਡੇ ਇਲਾਕੇ ਨਹੀਂ ਹੋਣਾ ਚਾਹੀਦਾ ਤਾਂ ਜੋ ਭ੍ਰਿਸ਼ਟਾਚਾਰ ਨੂੰ ਠੀਕ ਤਰੀਕੇ ਨਾਲ ਨੱਥ ਪਾਈ ਜਾਵੇ। ਕਿਉਂਕਿ ਸੁਖਵਿੰਦਰ ਜੀ ਇਹ ਵੀ ਪਤਾ ਲੱਗਾ ਕਿ ਭਗਵੰਤ ਮਾਨ ਦੇ ਆਪਣੀ ਇਸ ਕੈਬਨਿਟ ਦੇ 3 ਮੰਤਰੀ ਜਿਹੜੇ ਨੇ ਉਹ ਵੀ ਉਸਦੇ ਰਡਾਰ ਤੇ ਨੇ। ਜਿਹੜੇ 4 ਮੰਤਰੀ ਨੇ ਉਹਨਾਂ ਦਾ ਕੰਮ ਸਭ ਤੋਂ ਬਿਹਤਰ ਮੰਨਿਆ ਗਿਆ ਕਿ ਠੀਕ ਹੈ, 3 ਮੰਤਰੀਆਂ ਦਾ ਕੰਮ ਤਸੱਲੀ ਬਖਸ਼ ਮੰਨਿਆ ਗਿਆ ਤੇ 3 ਏਦਾਂ ਦੇ ਨੇ ਕਿ ਜਿਨ੍ਹਾਂ ਦੇ ਕੰਮ ਤੇ ਸੰਤੁਸ਼ਟੀ ਦਾ ਇਜ਼ਹਾਰ ਨਹੀਂ ਕੀਤਾ ਗਿਆ। ਸੋ ਆਉਂਦਿਆਂ ਦਿਨਾਂ ਦੇ ਵਿੱਚ ਭਗਵੰਤ ਮਾਨ ਵੱਲੋਂ ਹੋਰ ਵੀ ਆਪਣੀ ਇਸ ਸਰਕਾਰ ਜਾਂ ਇਸ ਕੈਬਨਿਟ ਨੂੰ ਦਰੁਸਤ ਕਰਨ ਵਾਸਤੇ ਹੋ ਸਕਦਾ ਕਿ ਇਹਨਾਂ ਮੰਤਰੀਆਂ ਦੀ ਕਲਾਸ ਜਿਹੜੀ ਆ ਉਹ ਲਗਾਈ ਜਾਵੇ। ਜੀ ਬਿਲਕੁਲ ਬਿਲਕੁਲ। ਤਾਂ ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਂਦੇ ਹਾਂ। ਇੱਕ ਫੈਸਲਾ ਹੋਇਆ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੀ ਗੱਲ, ਤਾਂ ਉਹਦੇ ਵਿੱਚ ਬੜੀ ਸਲਾਹਤ ਹੋਈ ਸੀਗੀ ਕਿ ਭਾਈ ਠੀਕ ਹੈ ਜਿੰਨੇ ਵਾਰੀ ਮਰਜ਼ੀ ਵਿਧਾਇਕ ਬਣ ਜਾਣ, ਭਗਵੰਤ ਮਾਨ ਨੇ ਫੈਸਲਾ ਕਰਤਾ ਕਿ ਜਿਹੜੀ ਆ ਉਹ ਪੈਨਸ਼ਨ ਇੱਕੋ ਹੀ ਮਿਲੂਗੀ। ਬੜੀ ਸਲਾਹਤ ਹੋਈ ਪੰਜਾਬ ਦੇ ਲੋਕਾਂ ਦੇ ਅੰਦਰ। ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਉੱਪਰ ਬੜੀ ਪ੍ਰਸ਼ੰਸਾ, ਆਪਣੀ ਵੀ ਪਿੱਠ ਉਹਨਾਂ ਦੇ ਵੱਲੋਂ ਵੀ ਥਾਪੜੀ ਗਈ ਕਿ ਭਾਈ ਠੀਕ ਹੈ ਕਿ ਅਸੀਂ ਇਹ ਬੜਾ ਫੈਸਲਾ ਲਿਆ, ਇੰਨੇ ਕਰੋੜ ਰੁਪਏ ਜਿਹੜੇ ਆ ਉਹ ਬਚਣਗੇ। ਤੇ ਹੁਣ ਇਹ ਜਿਹੜਾ ਫੈਸਲਾ ਕਰਕੇ ਭੇਜਿਆ ਸੀ, ਇਹ ਜਿਹੜਾ ਫੈਸਲਾ ਇਹ ਰਾਜਪਾਲ ਨੇ, ਗਵਰਨਰ ਨੇ ਵਾਪਸ ਭੇਜਤਾ। ਇਹ ਮਾਮਲਾ ਕੀ ਹੈ? ਕਿਉਂ ਗਵਰਨਰ ਨੇ ਵਾਪਸ ਭੇਜਿਆ ਗਿਆ? ਫੈਸਲਾ ਬੜਾ ਵਧੀਆ ਸੀ। ਦੇਖੋ ਇਹਦੇ ਵਿੱਚ ਗਵਰਨਰ ਨੇ ਇਸ ਬਿੱਲ ਨੂੰ ਜਿਹੜਾ ਭੇਜਿਆ, ਉਹਨਾਂ ਨੇ ਇਹ ਸਿਰਫ ਆਬਜੈਕਸ਼ਨ ਲਾਇਆ ਗਵਰਨਰ ਰਾਜਪਾਲ ਹਾਊਸ ਵੱਲੋਂ ਕਿ ਇਸ ਨੂੰ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾ ਕੇ ਭੇਜਿਆ ਜਾਵੇ, ਤਾਂ ਫਿਰ ਤਾਂ ਜੋ ਇਹ ਬਿੱਲ ਨੂੰ ਫਿਰ ਨੋਟੀਫਿਕੇਸ਼ਨ ਦੇ ਰੂਪ ਦੇ ਵਿੱਚ ਅੱਗੇ ਜਿਹੜਾ ਮਾਨਤਾ ਜਿਹੜੀ ਦਿੱਤੀ ਜਾ ਸਕੇ। ਭਗਵੰਤ ਮਾਨ ਉਹਨਾਂ ਨੇ ਕੀ ਕੀਤਾ ਸੀ ਕਿ ਜਦੋਂ ਉਹਨਾਂ ਨੇ ਇਹ ਬਿੱਲ ਪਾਸ ਕਰਵਾਇਆ, ਮਾਫ ਕਰਨਾ, ਜਦੋਂ ਇਸ ਬਿੱਲ ਦਾ ਗੱਲ ਕੀਤੀ ਤਾਂ ਉਸ ਵਕਤ ਵਿਧਾਨ ਸਭਾ ਦਾ ਕੋਈ ਵੀ ਸੈਸ਼ਨ ਜਿਹੜਾ ਨਹੀਂ ਸੀ ਚੱਲ ਰਿਹਾ, ਕੇਵਲ ਇੱਕ ਦਿਨ ਦਾ ਜਾਂ ਦੂਜੇ ਦਿਨ ਦਾ ਸੈਸ਼ਨ ਸੀ। ਤਾਂ ਜਿਸ ਕਾਰਨ ਉਹਨਾਂ ਨੇ ਨੋਟੀਫਿਕੇਸ਼ਨ ਬਿੱਲ ਅਦਾ ਕੀਤਾ ਤਾਂ ਬਿੱਲ ਜਿਹੜਾ ਫਾਈਨਲ ਕਰਕੇ ਇੱਕ ਪੈਨਸ਼ਨ ਇੱਕ ਭੇਜ ਦਿੱਤਾ ਗਿਆ। ਤਾਂ ਉਹਨਾਂ ਚਿਰ ਤੱਕ ਆਪਣੇ ਸੁਖਵਿੰਦਰ ਜੀ ਕਿਸੇ ਵੀ ਬਿੱਲ ਨੂੰ, ਕਿਸੇ ਵੀ ਸੋਧ ਨੂੰ ਜਿਹੜੀ ਆਪਾਂ ਕਹਿ ਸਕਦੇ ਹਾਂ ਮਾਨਤਾ ਨਹੀਂ ਮਿਲਦੀ ਜਿੰਨਾ ਚਿਰ ਤੱਕ ਉਹ ਬਿੱਲ ਜਾਂ ਉਹ ਨੋਟੀਫਿਕੇਸ਼ਨ ਜਿਹੜਾ ਗਵਰਨਰ ਹਾਊਸ ਨਹੀਂ ਜਾਂਦਾ ਤੇ ਗਵਰਨਰ ਹਾਊਸ ਉਸ ਨੂੰ ਪਾਸ ਨਹੀਂ ਕਰਦਾ। ਬੀਤੇ ਦਾ ਉਸ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੇ 35,000 ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਗੱਲ ਫਾਈਲ ਜਿਹੜੀ ਭੇਜੀ ਸੀ ਬਕਾਇਦਾ ਵਿਧਾਨ ਸਭਾ ਚ ਬਿੱਲ ਪਾਸ ਕਰਕੇ, ਤਾਂ ਫਿਰ ਗਵਰਨਰ ਨੇ ਫਿਰ ਉਹਦੇ ਉੱਤੇ ਆਬਜੈਕਸ਼ਨ ਜਿਹੜਾ ਸੀ ਉਹ ਲਾ ਦਿੱਤਾ ਸੀ ਕਿ ਕੁਝ ਇਹਦੇ ਵਿੱਚ ਸੋਧਾਂ ਜਿਹੜੀਆਂ ਕੀਤੀਆਂ ਜਾਣ, ਪਰ ਉਹਦੇ ਨਾਲ ਕੋਡ ਆਫ ਕੰਡਕਟ ਜਿਹੜਾ ਉਹ ਲਾਗੂ ਹੋ ਗਿਆ। ਹੁਣ ਜਿਹੜੀ ਸਥਿਤੀ ਆ ਉਦਾਂ ਦੀ ਸਥਿਤੀ ਨਹੀਂ ਹੈ। ਗਵਰਨਰ ਨੇ ਕਿਉਂਕਿ ਸੰਵਿਧਾਨਕ ਉਹ ਮੁਖੀ ਨੇ ਕਿਸੇ ਵੀ ਰਾਜ ਦੇ, ਤਾਂ ਉਹਨਾਂ ਨੇ ਉਸ ਆਧਾਰ ਤੇ ਹੀ ਜਿਹੜਾ ਆ ਉਹ ਆਪਣਾ ਕੋਈ ਫੈਸਲਾ, ਜਿਹੜਾ ਅੰਤਮ ਫੈਸਲਾ ਜਿਹੜੇ ਆਪਣੇ ਸਾਈਨ ਉਹਦੇ ਬਿੱਲ ਦੇ ਉੱਤੇ ਕਰਦੇ ਆ ਕਿ ਜਿਹੜਾ ਵਿਧਾਨ ਸਭਾ ਦੇ ਵਿੱਚੋਂ ਸਮੁੱਚੇ ਤੌਰ ਤੇ ਪਾਸ ਹੋ ਕੇ ਆਵੇ। ਤਾਂ ਉਹਨਾਂ ਦੀ ਇਹ ਸ਼ਰਤ ਆ ਕਿ ਉਹਨਾਂ ਨੇ ਇਹ ਆਬਜੈਕਸ਼ਨ ਲਾਇਆ ਕਿ ਵਿਧਾਨ ਸਭਾ ਦੇ ਵਿੱਚ, ਕਿਉਂਕਿ ਹਾਲਾਂਕਿ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਵੀ ਪਾਸ ਕਰਾਉਣ ਲੱਗਿਆ ਭਗਵੰਤ ਮਾਨ ਦੀ ਸਰਕਾਰ ਨੂੰ ਕੋਈ ਵੀ ਜਿਹੜੀ ਮੁਸ਼ਕਲ ਜਿਹੜੀ ਆ ਉਹ ਨਹੀਂ ਆ ਸਕਦੀ, ਕਿਉਂਕਿ ਉਹਨਾਂ ਕੋਲ ਅੱਜ ਦੀ ਤਰੀਕ ਦੇ ਵਿੱਚ ਹੁਣ 91 ਮਾਫ ਕਰਨਾ 92 ਵਿਧਾਇਕ ਤਾਂ ਨਹੀਂ ਹਨ। ਤਾਂ ਉਹਨਾਂ ਨੂੰ ਬਹੁਮਤ ਵਾਸਤੇ ਬਿੱਲ ਪਾਸ ਕਰਾਉਣ ਵਾਸਤੇ ਵਿਰੋਧੀ ਧਿਰ ਦੀ ਕਿਸੇ ਵੀ ਤਰੀਕੇ ਦੀ ਜਿਹੜੀ ਆ ਲੋੜ ਆ ਉਹ ਨਹੀਂ ਪੈ ਸਕਦੀ। ਸੋ ਉਹਨਾਂ ਵਾਸਤੇ ਇਹ ਇੱਕ ਕੋਈ ਏਦਾਂ ਦਾ ਵੱਡਾ ਹੀ ਝਟਕਾ ਜਿਹੜਾ ਉਹ ਨਹੀਂ ਮੰਨ ਸਕਦੇ। ਪਰ ਹਾਂ, ਦੂਜੇ ਬੰਨੇ ਜਿਹੜਾ ਗਵਰਨਰ ਆ ਉਹਨੇ ਇੱਕ ਝਟਕਾ ਜਿਹੜਾ ਉਹ ਠੀਕ ਦਿੱਤਾ ਗਵਰਨਰ ਆਪਣੇ ਭਗਵੰਤ ਮਾਨ ਦੀ ਸਰਕਾਰ ਤੋਂ ਕਿ ਜਿਹੜਾ ਪ੍ਰੋਪਰ ਚੱਲਦਾ ਜਿਹੜਾ ਉਹ ਕੰਮ ਹੋਏਗਾ। ਬਿੱਲ ਤੁਹਾਡਾ ਤਾਂ ਹੀ ਇਹ ਨੋਟੀਫਿਕੇਸ਼ਨ ਜਿਹੜਾ ਰੂਪ ਦੇ ਵਿੱਚ ਮੈਂ ਪਾਸ ਕਰਾਂਗਾ ਗਵਰਨਰ ਹਾਊਸ ਤੋਂ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋ ਕੇ ਆਏਗਾ, ਕਿਉਂਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਜਿਹੜੀ ਆ ਕਾਂਗਰਸ ਪਾਰਟੀ ਹੈਗੀ ਆ, ਉਹ ਬੇਸ਼ੱਕ ਉਹ 2 ਬੰਦੇ ਭਾਜਪਾ ਦੇ ਵੀ ਆ, 2 ਬੰਦੇ ਅਕਾਲੀ ਦਲ ਦੇ ਵੀ ਆ, 1 ਬੰਦਾ ਬਸਪਾ ਦਾ ਵੀ ਆ। ਉਹਨਾਂ ਦਾ ਉਸ ਬਿੱਲ ਦੇ ਪ੍ਰਤੀ ਪ੍ਰਤੀਕਰਮ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ, ਇਹ ਗੱਲ ਵਿਧਾਨ ਸਭਾ ਦੇ ਫਲੋਰ ਤੇ ਪਤਾ ਲੱਗੇਗੀ। ਸੋ ਗਵਰਨਰ ਸਾਹਿਬ ਨੇ ਜਿਹੜਾ ਇਹ ਬਿੱਲ ਭੇਜਿਆ, ਜਿਹੜਾ ਵਾਪਸ ਕੀਤਾ, ਉਹ ਵਿਧਾਨ ਸਭਾ ਦੇ ਵਿੱਚ, ਕਿਉਂਕਿ ਬਜਟ ਸੈਸ਼ਨ ਹੁਣ ਸ਼ੁਰੂ ਹੋਣ ਵਾਲਾ, ਉਸ ਬਜਟ ਸੈਸ਼ਨ ਦੇ ਵਿੱਚ ਇਸ ਨੂੰ ਪਾਸ ਕਰਾਉਣ ਦੀ ਗੱਲ ਕੀਤੀ ਗਈ ਆ ਕਿ ਇਸ ਨੂੰ ਪਾਸ ਕਰਵਾ ਕੇ ਥਰੂ ਪ੍ਰੋਪਰ ਚੈਨਲ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਇਸ ਤੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜੀ ਅਣਖ ਸਾਹਿਬ, ਇਹ ਫੈਸਲੇ ਦੇ ਕਰਕੇ ਬੜੀ ਬੱਲੇ ਬੱਲੇ ਹੋਈ ਸੀਗੀ ਲੋਕਾਂ ਦੇ ਵਿੱਚ, ਬੜੇ ਨੰਬਰ ਬਣੇ ਸੀ। ਹੁਣ ਉਧਰੋਂ ਜਿਮਨੀ ਚੋਣ ਆ ਗਈ ਹੈ ਤੇ ਉਧਰੋਂ ਇਹ ਜਿਹੜਾ ਫੈਸਲਾ ਵਾਪਸ ਕਰ ਦਿੱਤਾ ਹੈ, ਇਹਦਾ ਕਿਤੇ ਨੁਕਸਾਨ ਤਾਂ ਨਹੀਂ ਹੋਊਗਾ ਕਿ ਲੋਕ ਇਹ ਸਮਝਣ ਕਿ ਭਾਈ ਇਹ ਫੈਸਲੇ ਫੂਸਲੇ ਇਦਾਂ ਹੀ ਕਰੀ ਜਾਂਦੇ ਆ, ਸੋਚ ਸਮਝ ਕੇ ਕਰਦੇ ਨਹੀਂ, ਬਾਅਦ ਚੋਂ ਵਾਪਸ ਹੋਈ ਜਾਂਦੇ ਆ। ਕਿਉਂਕਿ ਨੌਕਰੀਆਂ ਵਾਲੇ ਵੀ ਜਿਹੜੇ ਫੈਸਲੇ ਹੋਏ ਆ ਉਹ ਵੀ ਜਿਹੜੇ ਬਹੁਤੇ ਜਿਹੜੇ ਨੋਟੀਫਿਕੇਸ਼ਨ ਜਾਂ ਆਪਾਂ ਕਹਿ ਦਈਏ ਜਾਂ ਫਿਰ ਸਿਰੇ ਨਹੀਂ ਚੜੇ ਹਲੇ ਤੱਕ, ਉਹ ਵੀ ਜਿਹੜੇ ਐਲਾਨ ਹੀ ਆ ਹਲੇ, ਤਾਂ ਇਹਦੇ ਵਿੱਚ ਵੀ ਅਜਿਹਾ ਨਾ ਕਿਤੇ ਹੋ ਜਾਏ, ਨੁਕਸਾਨ ਤਾਂ ਨਹੀਂ ਹੋਊ ਕਿਤੇ ਇਸ ਪੂਰੇ ਮਾਮਲੇ ਦੇ ਅੰਦਰ?
ਸੁਖਵਿੰਦਰ ਜੀ ਵੇਖੋ, ਨੁਕਸਾਨ ਤਾਂ ਕਿਉਂਕਿ ਇਹ ਜਿਹੜਾ ਮਸਲਾ ਨਾ ਇਹ ਲੋਕਾਂ ਦੇ ਨਾਲ ਆਮ ਜਨ ਸਧਾਰਨ ਨਾਲ ਸਿੱਧੇ ਰੂਪ ਦੇ ਵਿੱਚ ਸੰਬੰਧਿਤ ਨਹੀਂ ਹੈਗਾ। ਇਹ ਇੱਕ ਐਲੀਟ ਕਲਾਸ ਆ, ਇਹ ਉਹਨਾਂ ਨਾਲ ਸੰਬੰਧਿਤ ਆ। ਹਾਂ, ਇਹ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ, ਜਿਸ ਤਰ੍ਹਾਂ ਨੌਕਰੀਆਂ ਦੇ ਐਲਾਨ ਦੀ ਗੱਲ ਜਾਂ ਹੋਰ ਉਹਨਾਂ ਐਲਾਨਾਂ ਨੂੰ ਜੇਕਰ ਇਸ ਬਜਟ ਸੈਸ਼ਨ ਦੇ ਵਿੱਚ ਬਕਾਇਦਾ ਤੌਰ ਤੇ ਪ੍ਰੋਪਰ ਚੈਨਲ ਨਾ ਪਾਸ ਕੀਤਾ ਗਿਆ ਤਾਂ ਫਿਰ ਕੁਦਰਤੀ ਤੌਰ ਤੇ ਜਿਹੜੀ ਸੰਗਰੂਰ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਜ਼ਰੂਰ ਲੱਗ ਸਕਦਾ, ਕਿਉਂਕਿ ਵਿਰੋਧੀ ਪਾਰਟੀਆਂ ਅੱਗੇ ਹੀ ਇਸ ਮੁੱਦੇ ਨੂੰ ਉਛਾਲਦੀਆਂ ਰਹੀਆਂ ਨੇ ਕਿ ਇਹ ਸਿਰਫ ਐਲਾਨ ਕਰਦੇ ਨੇ। ਐਲਾਨਵੰਤ ਸਿੰਘ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਭਗਵੰਤ ਮਾਨ ਹੋਣਾ ਨੂੰ। ਸੋ ਇਹ ਜ਼ਰੂਰੀ ਆ ਕਿ ਇਹ ਜਿਹੜੇ ਨੇ ਐਲਾਨ ਜਿਹੜੇ ਉਹਨਾਂ ਨੇ ਕੀਤੇ ਇਸ ਬਜਟ ਸੈਸ਼ਨ ਦੇ ਵਿੱਚ ਹੀ ਪਾਸ ਕਰਕੇ ਇਹਨਾਂ ਨੂੰ ਬਕਾਇਦਾ ਕਾਨੂੰਨ ਦੀ ਰੂਪਰੇਖਾ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੂੰ ਲਾਗੂ ਕੀਤਾ ਜਾਵੇ। ਤੁਹਾਨੂੰ ਯਾਦ ਹੋਣਾ ਕਿ ਨੌਕਰੀਆਂ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਬਜਟ ਸੈਸ਼ਨ ਆਏਗਾ ਉਹਦੇ ਵਿੱਚ ਬਿੱਲ ਲਿਆਂਦਾ ਜਾਏਗਾ, ਜਿਹੜੇ ਪਾਸ ਕਰਨ ਵਾਲੇ ਮਾਫ ਕਰਦਾ ਬੇਰੁਜ਼ਗਾਰ ਜਿਹੜੇ ਹਨ, ਜਿਹੜੇ ਕੱਚੀਆਂ ਨੌਕਰੀਆਂ ਠੇਕੇ ਤੇ ਲੱਗੇ ਨੇ ਉਹਨਾਂ ਨੂੰ ਪਾਸ ਕਰਨ ਵਾਸਤੇ ਹੁਣ ਬਜਟ ਸੈਸ਼ਨ ਜਿਹੜਾ ਹੁਣ ਸ਼ੁਰੂ ਹੋਣਾ ਤੇ ਭਗਵੰਤ ਮਾਨ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਇਸ ਸੈਸ਼ਨ ਦੇ ਵਿੱਚ ਹੀ ਇਹ ਸਾਰਾ ਕੰਮ ਨਿਪਟਾ ਲਿਆ ਜਾਵੇ, ਕਿਉਂਕਿ 30 ਜੂਨ ਨੂੰ ਜਿਹੜੀ ਇਲੈਕਸ਼ਨ ਹੋਣੀ ਆ 23 ਜੂਨ ਨੂੰ ਜਿਹੜੀ ਜਿਮਨੀ ਚੋਣ ਹੋਣੀ ਆ ਉਸ ਤੋਂ ਪਹਿਲਾਂ ਜੇ ਭਗਵੰਤ ਮਾਨ ਹੋਣੀ ਇਹਦੇ ਸੰਬੰਧੀ ਕੋਈ ਆਪਣਾ ਫੈਸਲਾ ਕੋਈ ਨਹੀਂ ਕਰਦੇ ਤਾਂ ਯਕੀਨਨ ਤੌਰ ਤੇ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਉਛਾਲਣਗੀਆਂ, ਜਿਸ ਦਾ ਨੁਕਸਾਨ ਜਿਹੜਾ ਜੇ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਹੁੰਦਾ ਠੀਕ ਸਰਕਾਰ 2 ਮਹੀਨੇ ਬਣਨ ਤੋਂ ਬਾਅਦ ਹੀ, ਤੇ ਇਸ ਦਾ ਮਤਲਬ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਉਸ ਨੂੰ ਸਿਆਸੀ ਧਰਾਤਲ ਤੇ ਖੋਰਾ ਲੱਗਣਾ ਸ਼ੁਰੂ ਹੋ ਗਿਆ। ਇਹ ਹੁਣ ਭਗਵੰਤ ਮਾਨ ਵਾਸਤੇ ਵੀ ਇੱਕ ਅਗਨੀ ਪ੍ਰੀਖਿਆ ਹੋਵੇਗੀ ਕਿ ਉਹ ਜਿਹੜੇ ਐਲਾਨ ਕੀਤੇ ਨੇ ਇਹ ਬਜਟ ਸੈਸ਼ਨ ਦੇ ਵਿੱਚ ਪਾਸ ਕਰਦੇ ਆ ਇਹ ਜਾਂ ਨਹੀਂ ਕਰਦੇ। ਜੀ ਅੰਕਿਤ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।